ਮੈਨੂੰ ਪਤਾ ਨਹੀਂ, ਇੰਜ ਲੱਗ ਰਿਹਾ ਸੀ ਕਿ ਸਭ ਕੁਝ ਨਾਰਮਲ ਹੋ ਕੇ ਵੀ ਨਾਰਮਲ ਨਹੀਂ ਹੈ, ਜਾਂ ਇਹ ਸਭ ਕੁਝ ਜ਼ਿਆਦਾ ਦਿਨ ਲਈ ਨਹੀਂ ਹੈ। ਸੋਚ ਕੇ ਮੇਰਾ ਦਿਮਾਗ ਫਟਿਆ ਜਾ ਰਿਹਾ ਸੀ। ਮੈਨੂੰ ਇੰਜ ਲੱਗ ਰਿਹਾ ਸੀ ਕਿ ਜੇਕਰ ਮੈਂ ਇੱਕ ਦਿਨ ਵੀ ਹੋਰ ਇਸ ਆਦਮੀ ਨਾਲ ਰਹੀ ਤਾਂ ਪਾਗਲ ਹੋ ਜਾਵਾਂਗੀ। ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਮੇਰਾ ਪਤੀ ਦਿਮਾਗੀ ਮਰੀਜ਼ ਹੈ। ਮੈਂ ਫੈਸਲਾ ਨਹੀਂ ਕਰ ਪਾ ਰਹੀ ਸੀ ਕਿ ਸਾਡੇ ਵਿੱਚੋਂ ਕੌਣ ਸਹੀ ਹੈ ਤੇ ਕੌਣ ਗਲਤ। ਇੱਕ ਫਟਕੜੀ ਸੀ ਜੋ ਮੇਰੀ ਜ਼ਿੰਦਗੀ ਦਾ ਦਰਦ ਬਣ ਗਈ ਸੀ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇਹ ਛੋਟੀ ਜਿਹੀ ਸਫੇਦ ਰੰਗ ਦੀ ਫਟਕੜੀ ਨੇ ਮੇਰੀ ਜ਼ਿੰਦਗੀ ਨੂੰ ਇਸ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਸੀ। ਮੇਰਾ ਪਤੀ ਰੋਜ਼ ਇੱਕ ਨਵੀਂ ਫਟਕੜੀ ਲੈ ਕੇ ਆਉਂਦਾ ਅਤੇ ਉਸ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਦਾ ਜਿਵੇਂ ਕੋਈ ਉਸ ਖਜ਼ਾਨਾ ਹੋਵੇ। ਉਹ ਪਾਗਲਾਂ ਦੀ ਤਰ੍ਹਾਂ ਹਰ ਅੱਧੇ ਘੰਟੇ ਬਾਅਦ ਆ ਕੇ ਫਟਕੜੀ ਨੂੰ ਦੇਖਦਾ ਕਿ ਕਿਤੇ ਇਹ ਖਰਾਬ ਤਾਂ ਨਹੀਂ ਹੋ ਗਈ, ਕਿਧਰੇ ਕੋਈ ਫਟਕੜੀ ਨੂੰ ਚੋਰੀ ਕਰਕੇ ਤਾਂ ਨਹੀਂ ਲੈ ਗਿਆ, ਕਿਤੇ ਕੋਈ ਚੀਜ਼ ਫਟਕੜੀ ਦੇ ਉੱਪਰ ਡਿੱਗ ਤਾਂ ਨਹੀਂ ਗਈ। ਉਹ ਬਾਰ ਤਾਂ ਫਟਕੜੀ ਦੀ ਜਗ੍ਹਾ ਬਦਲਦਾ ਹੀ ਰਹਿੰਦਾ, ਕਦੇ ਉਸ ਨੂੰ ਅਲਮਾਰੀ ਵਿੱਚ ਰੱਖਦਾ, ਕਦੇ ਉਸ ਨੂੰ ਮੇਜ਼ ਦੇ ਦਰਾਜ਼ ਦੇ ਅੰਦਰ। ਮੈਂ ਸੋਚ ਕੇ ਪਾਗਲ ਹੋ ਰਹੀ ਸੀ ਕਿ ਆਖਰ ਇਸ ਫਟਕੜੀ ਵਿੱਚ ਅਜਿਹਾ ਕੀ ਸੀ ਜਿਸ ਦੀ ਮੇਰੇ ਪਤੀ ਨੂੰ ਇੰਨੀ ਪਰਵਾਹ ਸੀ। ਵਿਆਹ ਦੀ ਪਹਿਲੀ ਰਾਤ ਜਦੋਂ ਮੈਂ ਦੁਲਹਨ ਬਣ ਕੇ ਇਸ ਘਰ ਵਿੱਚ ਆਈ ਸੀ ਤਾਂ ਉਦੋਂ ਵੀ ਮੇਰੇ ਪਤੀ ਦੇ ਹੱਥ ਵਿੱਚ ਇਹੀ ਫਟਕੜੀ ਸੀ। ਮੇਰੇ ਨਾਲ ਥੋੜ੍ਹੀ ਜਿਹੀ ਗੱਲ ਕਰਨ ਤੋਂ ਬਾਅਦ ਉਹ ਫਟਕੜੀ ਲੈ ਕੇ ਬਾਥਰੂਮ ਵਿੱਚ ਚਲਾ ਗਿਆ ਅਤੇ ਬਹੁਤ ਦੇਰ ਤੱਕ ਵਾਪਸ ਨਹੀਂ ਆਇਆ। ਮੈਂ ਉਸ ਦਾ ਇੰਤਜ਼ਾਰ ਕਰਦੇ ਹੋਏ ਸੌਂ ਗਈ। ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਵੀ ਉਹ ਮੈਨੂੰ ਬੈੱਡ 'ਤੇ ਨਜ਼ਰ ਨਹੀਂ ਆਇਆ। ਮੈਂ ਸੋਚਾਂ ਵਿੱਚ ਪੈ ਗਈ ਕਿ ਉਹ ਸਾਰੀ ਰਾਤ ਬਾਥਰੂਮ ਵਿੱਚ ਹੀ ਸੀ। ਮੈਂ ਪਰੇਸ਼ਾਨ ਹੋ ਕੇ ਬੈਠ ਗਈ। ਮੈਂ ਦੇਖਿਆ ਕਿ ਉਹ ਬਾਥਰੂਮ ਵਿੱਚੋਂ ਨਿਕਲਿਆ ਅਤੇ ਉਸ ਦੇ ਹੱਥ ਵਿੱਚ ਉਹੀ ਸ਼ਾਪਰ ਹੈ ਜਿਸ ਦੇ ਅੰਦਰ ਫਟਕੜੀ ਸੀ। ਮੇਰਾ ਪਤੀ ਬਹੁਤ ਦੇਰ ਤੱਕ ਫਟਕੜੀ ਦੇ ਨਾਲ ਹੀ ਅੰਦਰ ਬੰਦ ਰਹਿੰਦਾ। ਉਹ ਦਿਨ ਅਤੇ ਅੱਜ ਦਾ ਦਿਨ, ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ। ਇਹ ਫਟਕੜੀ ਦਾ ਕਿੱਸਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਇਹ ਰਾਜ਼ ਜਾਣਨ ਲਈ ਇੱਕ ਰਾਤ ਮੈਂ ਬਾਥਰੂਮ ਦੀ ਖਿੜਕੀ ਵਿੱਚੋਂ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰਾ ਪਤੀ ਉਸ ਫਟਕੜੀ ਦੇ ਨਾਲ। ਮੇਰਾ ਨਾਮ ਰੌਣਕ ਹੈ। ਮੇਰਾ ਮਾਂ-ਬਾਪ ਨੇ ਬੜੇ ਪਿਆਰ ਨਾਲ ਮੇਰਾ ਇਹ ਨਾਂ ਰੱਖਿਆ ਸੀ, ਕਿਉਂਕਿ ਉਹਨਾਂ ਦੇ ਘਰ ਔਲਾਦ ਨਹੀਂ ਸੀ। ਮੇਰੇ ਮਾਂ-ਬਾਪ ਨੇ ਮੈਨੂੰ ਪਾਉਣ ਲਈ ਦਿਨ ਰਾਤ ਰੱਬ ਅੱਗੇ ਅਰਦਾਸਾਂ ਕੀਤੀਆਂ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਸਾਥ ਛੱਡ ਦੇਵੇਗੀ। ਉਹਨਾਂ ਦੀ ਬੇਟੀ ਇਕੱਲੀ ਰਹਿ ਜਾਵੇਗੀ। ਜੇਕਰ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਕਦੇ ਵੀ ਮੇਰੇ ਪੈਦਾ ਹੋਣ ਦੀ ਅਰਦਾਸ ਨਾ ਕਰਦੇ। ਉਹ ਦੋਵੇਂ ਇਕੱਠੇ ਮੈਨੂੰ ਛੱਡ ਕੇ ਚਲੇ ਗਏ। ਉਹਨਾਂ ਦੋਹਾਂ ਦਾ ਐਕਸੀਡੈਂਟ ਹੋ ਗਿਆ ਸੀ। ਮੇਰੇ ਮੰਮੀ ਪਾਪਾ ਮੈਨੂੰ ਰਿਕਸ਼ੇ ਵਿੱਚ ਡਾਕਟਰ ਕੋਲ ਲੈ ਕੇ ਜਾ ਰਹੇ ਸੀ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ। ਮੰਮੀ ਪਾਪਾ ਅਤੇ ਰਿਕਸ਼ਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਤਾ ਨਹੀਂ ਮੈਂ ਕਿਵੇਂ ਬਚ ਗਈ, ਜਾਂ ਇੰਜ ਕਹਿ ਲਵੋ ਕੋਈ ਚਮਤਕਾਰ ਹੋਇਆ ਸੀ। ਲੋਕ ਮੈਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਮੈਂ ਕਿਵੇਂ ਬਚ ਗਈ। ਮੈਂ ਦੁਨੀਆ ਲਈ ਇੱਕ ਸ਼ਰਾਪ ਬਣ ਕੇ ਰਹਿ ਗਈ, ਕਿਉਂਕਿ ਮੈਂ ਬਿਲਕੁਲ ਲਾਵਾਰਸ ਸੀ। ਮੰਮੀ ਦੇ ਸੌਤੇਲੇ ਭਰਾ ਨੇ ਮੈਨੂੰ ਆਪਣੇ ਘਰ ਰੱਖਿਆ, ਕਿਉਂਕਿ ਹੋਰ ਕੋਈ ਵੀ ਮੈਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ। ਮੇਰੇ ਪਾਪਾ ਦੇ ਰਿਸ਼ਤੇਦਾਰ ਤਾਂ ਇਸ ਕਰਕੇ ਦੁਬਾਰਾ ਅਫਸੋਸ ਕਰਨ ਵੀ ਨਾ ਆਏ ਕਿ ਇਹ ਕੁੜੀ ਸਾਡੇ ਪੱਲੇ ਨਾ ਪੈ ਜਾਵੇ। ਮੈਂ ਮਾਮਾ ਜੀ ਦੇ ਘਰ ਰਹਿਣ ਲੱਗੀ। ਧੱਕੇ ਅਤੇ ਤਾਨੇ ਖਾ ਕੇ ਵੱਡੀ ਹੋ ਗਈ। ਸਮਾਂ ਤੇਜ਼ੀ ਨਾਲ ਲੰਘਦਾ ਗਿਆ ਅਤੇ ਮੇਰੇ ਵਿਆਹ ਦੀ ਉਮਰ ਹੋ ਗਈ। ਮੇਰੇ ਲਈ ਧੜਾ ਧੜ ਰਿਸ਼ਤੇ ਆਉਣ ਲੱਗੇ। ਮੈਨੂੰ ਲੱਗਦਾ ਸੀ ਮੇਰੇ ਲਈ ਰਿਸ਼ਤੇ ਆਉਂਦੇ ਦੇਖ ਕੇ ਮਾਮੀ ਪਰੇਸ਼ਾਨ ਹੋ ਜਾਂਦੀ ਸੀ। ਮੇਰੀ ਮਾਮੀ ਨੇ ਮੇਰੇ ਤੋਂ ਜਾਨ ਛੁਡਾਉਣ ਲਈ ਮੇਰਾ ਵਿਆਹ ਉਸ ਆਦਮੀ ਨਾਲ ਕਰ ਦਿੱਤਾ ਜਿਸ ਨੂੰ ਮੈਂ ਜਾਣਦੀ ਵੀ ਨਹੀਂ ਸੀ। ਫਿਰ ਵੀ ਮੈਂ ਸੋਚਿਆ ਕਿ ਮਾਮੀ ਦੇ ਘਰ ਸਾਰਾ ਦਿਨ ਨੌਕਰਾਂ ਦੀ ਤਰ੍ਹਾਂ ਕੰਮ ਕਰਨ ਨਾਲੋਂ ਚੰਗਾ ਹੈ ਮੈਂ ਆਪਣੇ ਪਤੀ ਦੇ ਘਰ ਵਿੱਚ ਰਹਿ ਕੇ ਕੰਮ ਕਰਾਂ। ਜਦੋਂ ਮੈਂ ਮੁੰਡੇ ਨੂੰ ਦੇਖਿਆ ਤਾਂ ਮੁੰਡਾ ਚੰਗੀ ਸ਼ਕਲ ਸੂਰਤ ਦਾ ਮਾਲਕ ਸੀ। ਮੈਂ ਖੁਸ਼ ਹੋ ਗਈ। ਮਾਮੀ ਨੇ ਜਾਨ ਛੁਡਾਉਣ ਲਈ ਮੇਰਾ ਵਿਆਹ ਕਰਾ ਦਿੱਤਾ, ਕਿਉਂਕਿ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਅਤੇ ਮਾਮੀ ਦੀਆਂ ਆਪਣੀਆਂ ਕੁੜੀਆਂ ਵੀ ਜਵਾਨ ਹੋ ਰਹੀਆਂ ਸਨ ਅਤੇ ਉਹਨਾਂ ਦੇ ਜਵਾਨ ਹੋਣ ਤੋਂ ਪਹਿਲਾਂ ਮੈਨੂੰ ਇਸ ਘਰ ਵਿੱਚੋਂ ਵਿਦਾ ਕਰਨਾ ਚਾਹੁੰਦੀ ਸੀ ਤਾਂ ਜੋ ਉਹਨਾਂ ਦੀਆਂ ਕੁੜੀਆਂ ਦੇ ਵਿਆਹ ਦਾ ਰਿਸ਼ਤਾ ਸਾਫ਼ ਹੋ ਸਕੇ। ਵਿਦਾਈ ਵੇਲੇ ਮਾਮੀ ਨੇ ਮੈਨੂੰ ਕਿਹਾ ਸੀ ਕਿ ਆਪਣੇ ਸਹੁਰੇ ਘਰ ਰਹਿ ਕੇ ਹੀ ਗੁਜ਼ਾਰਾ ਕਰੀਂ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੈਂ ਤੇਰਾ ਖਰਚਾ ਚੁੱਕ ਸਕਾਂ।
ਜਿਹੋ ਜਿਹੇ ਵੀ ਹਾਲਾਤ ਹੋਣ ਉੱਥੇ ਹੀ ਰਹੀਂ। ਜੇਕਰ ਤੈਨੂੰ ਕੋਈ ਮੁਸ਼ਕਲ ਹੋਵੇ ਤਾਂ ਬਰਦਾਸ਼ਤ ਕਰ ਲਵੀਂ। ਤਲਾਕ ਦਾ ਧੱਬਾ ਲੈ ਕੇ ਮੇਰੀ ਦੇਹਲੀ 'ਤੇ ਦੁਬਾਰਾ ਨਾ ਆਈ। ਮਾਮੀ ਦੀ ਇਸ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਸੀ? ਮੁੰਡੇ ਵਿੱਚ ਕੋਈ ਗੜਬੜ ਸੀ ਜਾਂ ਘਰ ਵਾਲਿਆਂ ਦਾ ਕੋਈ ਮਸਲਾ ਸੀ? ਮੇਰੇ ਦਿਮਾਗ ਵਿੱਚ ਅਜੀਬ ਅਜੀਬ ਤਰ੍ਹਾਂ ਦੇ ਖਿਆਲ ਆਉਣ ਲੱਗੇ ਸਨ। ਉਹਨਾਂ ਖਿਆਲਾਂ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਜਦੋਂ ਮੈਂ ਇਸ ਘਰ ਵਿੱਚ ਵਿਦਾ ਹੋ ਕੇ ਆਈ ਤਾਂ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਮਾਮੀ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੀ ਸੀ। ਜਿਸ ਕੁੜੀ ਦੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਉਸ ਦੇ ਨਾਲ ਬਿਤਾਉਣ ਦੀ ਬਜਾਏ ਬਾਥਰੂਮ ਵਿੱਚ ਗੁਜ਼ਾਰੀ ਹੋਵੇ ਤਾਂ ਉਸ ਦੀ ਦਿਮਾਗੀ ਹਾਲਤ ਕਿਹੋ ਜਿਹੀ ਹੋਵੇਗੀ। ਸ਼ਰਮ ਦੇ ਮਾਰੇ ਮੈਂ ਤਾਂ ਆਪਣੇ ਪਤੀ ਨੂੰ ਕੁਝ ਪੁੱਛ ਵੀ ਨਹੀਂ ਸਕਦੀ ਸੀ। ਮੈਂ ਨਵੀਂ ਵਿਆਹੀ ਭਲਾ ਕਿਵੇਂ ਉਹਨਾਂ ਨੂੰ ਇਹ ਗੱਲ ਕਹਿੰਦੀ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ। ਮੈਂ ਸੋਚਿਆ ਕਿ ਮੈਂ ਤਾਂ ਸੌਂ ਗਈ ਸੀ, ਹੋ ਸਕਦਾ ਉਹ ਵੀ ਆ ਕੇ ਸੌਂ ਗਏ ਹੋਣ, ਸਵੇਰੇ ਦੁਬਾਰਾ ਬਾਥਰੂਮ ਵਿੱਚ ਗਏ ਹੋਣ। ਇਹ ਗੱਲ ਸੋਚ ਕੇ ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ, ਪਰ ਇਹ ਤਸੱਲੀ ਕਿਸੇ ਕੰਮ ਨਾ ਆਈ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੇ ਅਜੀਬੋ-ਗਰੀਬ ਕੰਮ ਮੇਰਾ ਪਤੀ ਕਰਨ ਲੱਗਿਆ। 1 ਮਹੀਨਾ ਪੂਰਾ ਹੋ ਗਿਆ ਅਤੇ ਮੇਰੀ ਸੱਸ ਨੇ ਪੋਤੇ ਦੀ ਰਟ ਲਗਾਉਣੀ ਸ਼ੁਰੂ ਕਰ ਦਿੱਤੀ। ਮੇਰੀ ਸੱਸ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਸੀ ਕਿ ਇਸ 1 ਮਹੀਨੇ ਵਿੱਚ ਉਸ ਦੇ ਮੁੰਡੇ ਨੇ ਮੇਰੇ ਨਾਲ ਕਿਸੇ ਕਿਸਮ ਦਾ ਕੋਈ ਸਬੰਧ ਨਹੀਂ ਬਣਾਇਆ ਸੀ। ਉਹਨਾਂ ਦਾ ਮੁੰਡਾ ਤਾਂ ਪਤਾ ਨਹੀਂ ਕਿਹੜੇ ਕੰਮਾਂ ਵਿੱਚ ਉਲਝਿਆ ਹੋਇਆ ਸੀ ਅਤੇ ਮੈਂ ਸ਼ਰਮ ਦੇ ਮਾਰੇ ਕਿਸੇ ਨੂੰ ਇਹ ਗੱਲਾਂ ਦੱਸ ਵੀ ਨਹੀਂ ਸਕਦੀ ਸੀ। ਮਹੀਨੇ ਬਾਅਦ ਮੈਂ ਮਾਮੀ ਦੇ ਘਰ ਉਹਨਾਂ ਨੂੰ ਮਿਲਣ ਲਈ ਆਈ ਤਾਂ ਮਾਮੀ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ ਤੇ ਇੱਕਦਮ ਸਵਾਲ ਕੀਤਾ ਕਿ ਮੈਂ ਘਰ ਛੱਡ ਕੇ ਤਾਂ ਨਹੀਂ ਆ ਗਈ ਹਾਂ। ਮੈਂ ਮਾਮੀ ਵੱਲ ਹੈਰਾਨੀ ਨਾਲ ਦੇਖਿਆ। ਮੇਰੀ ਵਿਦਾਈ ਵੇਲੇ ਉਹਨਾਂ ਦਾ ਇਹ ਰਵੱਈਆ ਸੀ ਤੇ ਹੁਣ ਵੀ ਮੇਰੇ ਨਾਲ ਅਜੀਬ-ਅਜੀਬ ਗੱਲਾਂ ਕਰ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਮੈਂ ਸਿਰਫ ਉਹਨਾਂ ਨੂੰ ਮਿਲਣ ਲਈ ਆਈ ਹਾਂ। ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਲੱਗਾ। ਮੈਂ ਸਾਰਾ ਬਚਪਨ ਅਤੇ ਜਵਾਨੀ ਇਸ ਘਰ ਵਿੱਚ ਗੁਜ਼ਾਰਿਆ ਸੀ। ਮੈਨੂੰ ਇਸ ਘਰ ਨਾਲ ਪਿਆਰ ਸੀ, ਪਰ ਮੈਂ ਉਦਾਸ ਹੋ ਕੇ ਆਪਣੇ ਸਹੁਰੇ ਘਰ ਵਾਪਸ ਚਲੀ ਗਈ ਅਤੇ ਆਪਣੇ ਕਮਰੇ ਵਿੱਚ ਆ ਗਈ। ਹਾਲੇ ਮੈਂ ਕੱਪੜੇ ਸੈੱਟ ਕਰ ਰਹੀ ਸੀ ਕਿ ਇੱਕਦਮ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਮੈਂ ਆਉਣ ਵਾਲੇ ਵੱਲ ਵੇਖਣਾ ਵੀ ਨਹੀਂ ਚਾਹੁੰਦੀ ਸੀ ਕਿਉਂਕਿ ਮੈਨੂੰ ਸਮਝ ਆ ਗਈ ਸੀ ਕਿ ਕੌਣ ਆਇਆ ਹੋਵੇਗਾ। ਮੇਰਾ ਪਤੀ ਹਮੇਸ਼ਾ ਦੀ ਤਰ੍ਹਾਂ ਕਮਰੇ ਵਿੱਚ ਆਉਂਦੇ ਹੀ ਫਟਕੜੀ ਚੁੱਕ ਕੇ ਬਾਥਰੂਮ ਵਿੱਚ ਚਲਾ ਗਿਆ। ਅਜਿਹਾ ਲੱਗਦਾ ਸੀ ਕਿ ਮੇਰਾ ਪਤੀ ਕਮਰੇ ਵਿੱਚ ਇਸ ਲਈ ਆਉਂਦਾ ਹੈ ਕਿ ਫਟਕੜੀ ਚੁੱਕ ਕੇ ਬਾਥਰੂਮ ਵਿੱਚ ਜਾ ਸਕੇ। ਮੈਂ ਉਸ ਨੂੰ ਨਜ਼ਰ ਹੀ ਨਹੀਂ ਆਉਂਦੀ ਸੀ। ਮੇਰਾ ਵਜੂਦ ਉਸ ਲਈ ਕੁਝ ਵੀ ਨਹੀਂ ਸੀ। ਉਸ ਨੂੰ ਆਪਣੀ ਪਤਨੀ ਨਾਲੋਂ ਜ਼ਿਆਦਾ ਫਟਕੜੀ ਨਾਲ ਪਿਆਰ ਸੀ। ਕਦੇ-ਕਦੇ ਸੋਚਦੀ ਸੀ ਕਿ ਚੁੱਪ ਰਹਾਂ ਤੇ ਆਪਣੀ ਕਿਸਮਤ ਦਾ ਲਿਖਿਆ ਸਮਝ ਕੇ ਆਪਣੇ ਨਸੀਬ ਦੇ ਨਾਲ ਸਮਝੌਤਾ ਕਰ ਲਵਾਂ ਅਤੇ ਫਿਰ ਦੂਜੇ ਹੀ ਪਲ ਖਿਆਲ ਆਉਂਦਾ ਸੀ ਕਿ ਮੈਂ ਕਿਉਂ ਚੁੱਪ ਰਹਾਂ, ਚੀਖ-ਚੀਖ ਕੇ ਆਪਣੇ ਪਤੀ ਦਾ ਸੱਚ ਦੁਨੀਆ ਨੂੰ ਕਿਉਂ ਨਾ ਦੱਸਾਂ। ਪਰ ਅਜਿਹਾ ਮੈਂ ਸਿਰਫ ਆਪਣੇ ਖਿਆਲਾਂ ਵਿੱਚ ਹੀ ਕਰ ਸਕਦੀ ਸੀ। ਹਕੀਕਤ ਵਿੱਚ ਮੈਨੂੰ ਪਰੇਸ਼ਾਨ ਹੋਣ ਤੋਂ ਇਲਾਵਾ ਹੋਰ ਕੋਈ ਦੂਜਾ ਕੰਮ ਨਹੀਂ ਸੀ। ਹੁਣ ਮੈਂ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਲਗਾ ਲਿਆ। ਹੁਣ ਮੇਰਾ ਕੰਮ ਸਾਰਾ ਦਿਨ ਰਸੋਈ ਵਿੱਚ ਭਾਂਡੇ ਧੋਣਾ, ਰੋਟੀ ਬਣਾਉਣਾ ਤੇ ਘਰ ਦੀ ਸਾਫ਼ ਸਫਾਈ ਕਰਨਾ ਹੀ ਰਹਿ ਗਿਆ ਸੀ। ਮੈਂ ਮਾਮਾ ਮਾਮੀ ਦੇ ਘਰ ਵਿੱਚ ਵੀ ਨੌਕਰਾਣੀ ਸੀ ਅਤੇ ਆਪਣੇ ਸਹੁਰੇ ਘਰ ਵਿੱਚ ਵੀ ਨੌਕਰਾਣੀ ਹੀ ਬਣ ਕੇ ਰਹਿ ਗਈ। ਮੈਂ ਸੋਚਿਆ ਕਿ ਇਸ ਤਰ੍ਹਾਂ ਗੁਜ਼ਾਰਾ ਨਹੀਂ ਹੋ ਸਕਦਾ। ਮੈਨੂੰ ਆਪਣੇ ਪਤੀ ਨਾਲ ਗੱਲ ਕਰਨੀ ਹੀ ਪਵੇਗੀ। ਹੌਲੀ-ਹੌਲੀ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੀ ਮਾਂ ਨੂੰ ਪੋਤੇ ਦੀ ਚਾਹਤ ਹੈ। ਤਾਂ ਮੇਰੀ ਗੱਲ ਸੁਣ ਕੇ ਜਿਵੇਂ ਹੀ ਮੇਰੇ ਪਤੀ ਨੂੰ ਕਰੰਟ ਲੱਗ ਗਿਆ ਸੀ। ਉਹ ਮੈਨੂੰ ਬਿਨਾਂ ਕੁਝ ਜਵਾਬ ਦਿੱਤੇ ਕਮਰੇ ਵਿੱਚੋਂ ਬਾਹਰ ਚਲੇ ਗਏ। ਮੈਂ ਸੋਚਿਆ ਕਿ ਮੈਂ ਹੁਣ ਇਹ ਪਤਾ ਲਗਾ ਕੇ ਹੀ ਰਹਾਂਗੀ ਕਿ ਇਹ ਸਭ ਕਿਉਂ ਕਰ ਰਹੇ ਨੇ। ਮੈਂ ਇੱਕ ਰਾਤ ਸੌਣ ਦਾ ਨਾਟਕ ਕਰਕੇ ਬੈੱਡ 'ਤੇ ਪੈ ਗਈ। ਥੋੜ੍ਹੀ ਦੇਰ ਬਾਅਦ ਉਹ ਆਏ ਤੇ ਫਟਕੜੀ ਚੁੱਕ ਕੇ ਵਾਪਸ ਚਲੇ ਗਏ। ਹੁਣ ਮੈਨੂੰ ਪਤਾ ਸੀ ਕਿ ਉਹਨਾਂ ਨੇ ਛੇਤੀ ਬਾਥਰੂਮ ਵਿੱਚੋਂ ਬਾਹਰ ਨਹੀਂ ਆਉਣਾ। ਮੈਂ ਘਰ ਦੇ ਪਿਛਲੇ ਹਿੱਸੇ ਵਿੱਚ ਚੋਰਾਂ ਦੀ ਤਰ੍ਹਾਂ ਚਲੀ ਗਈ ਜਿੱਥੇ ਬਾਥਰੂਮ ਦੀ ਖਿੜਕੀ ਸੀ, ਪਰ ਖਿੜਕੀ ਜ਼ਿਆਦਾ ਉੱਚੀ ਹੋਣ ਕਾਰਨ ਤੇ ਮੇਰਾ ਕੱਦ ਛੋਟਾ। ਫਿਰ ਮੈਂ ਕਮਰੇ ਵਿੱਚ ਆਈ ਤੇ ਕਮਰੇ ਵਿੱਚੋਂ ਸਟੂਲ ਚੁੱਕ ਕੇ ਲੈ ਆਈ। ਸਾਰੇ ਘਰ ਦੇ ਸੌਂ ਚੁੱਕੇ ਸਨ। ਕਿਸੇ ਦੀ ਵੀ ਨਜ਼ਰ ਮੇਰੇ ਉੱਪਰ ਨਹੀਂ ਪੈ ਸਕਦੀ ਸੀ, ਪਰ ਮੈਨੂੰ ਫਿਰ ਵੀ ਬਹੁਤ ਡਰ ਲੱਗ ਰਿਹਾ ਸੀ। ਮੈਂ ਸਟੂਲ ਚੁੱਕਿਆ, ਖਿੜਕੀ ਦੇ ਨੇੜੇ ਰੱਖਿਆ ਤੇ ਸਟੂਲ 'ਤੇ ਚੜ੍ਹ ਕੇ ਦੇਖਣ ਲੱਗੀ।
ਕਿ ਆਖਰ ਮੇਰਾ ਪਤੀ ਇੰਨੀ ਦੇਰ ਤੱਕ ਕਰਦਾ ਕੀ ਹੈ। ਜਿਵੇਂ ਹੀ ਮੈਂ ਖਿੜਕੀ ਵਿੱਚੋਂ ਦੇਖਿਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਮੈਂ ਸਟੂਲ ਤੋਂ ਡਿੱਗਦੇ ਡਿੱਗਦੇ ਬਚੀ। ਮੇਰਾ ਪਤੀ ਫਟਕੜੀ ਨਾਲ ਇਹ ਕਿਹੋ ਜਿਹਾ ਕੰਮ ਕਰ ਰਿਹਾ ਸੀ। ਆਖਿਰ ਇਸ ਦਾ ਦਿਮਾਗ ਤਾਂ ਠੀਕ ਹੈ। ਮੈਂ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਅਤੇ ਵਾਪਸ ਕਮਰੇ ਵਿੱਚ ਆ ਗਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਤੇ ਮੈਂ ਫੁੱਟ-ਫੁੱਟ ਕੇ ਰੋਣ ਲੱਗੀ। ਅੱਜ ਮੇਰੇ ਪਤੀ ਦੀ ਅਸਲੀਅਤ ਮੇਰੇ ਸਾਹਮਣੇ ਆ ਗਈ ਸੀ। ਮੈਂ ਸਮਝ ਗਈ ਸੀ ਕਿ ਇਹੀ ਵਜ੍ਹਾ ਸੀ ਜਿਸ ਕਰਕੇ ਮੇਰਾ ਪਤੀ ਮੇਰੇ ਤੋਂ ਦੂਰ ਸੀ। ਮੈਨੂੰ ਯਕੀਨ ਹੋ ਗਿਆ ਸੀ ਕਿ ਮੇਰੀ ਮਾਮੀ ਮੇਰੇ ਪਤੀ ਦੀ ਅਸਲੀਅਤ ਪਹਿਲਾਂ ਤੋਂ ਹੀ ਜਾਣਦੀ ਸੀ, ਇਸ ਲਈ ਉਹ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ। ਉਹਨਾਂ ਨੇ ਜਾਣ-ਬੁੱਝ ਕੇ ਮੈਨੂੰ ਇਸ ਨਰਕ ਵਿੱਚ ਧਕੇਲਿਆ, ਨਹੀਂ ਤਾਂ ਮੇਰੇ ਲਈ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਸੀ। ਮੈਂ ਕਦੇ ਵੀ ਆਪਣੀ ਮਾਮੀ ਨੂੰ ਮਾफ़ ਨਹੀਂ ਕਰਾਂਗੀ ਅਤੇ ਉਹਨਾਂ ਤੋਂ ਇਸ ਗੱਲ ਦਾ ਜਵਾਬ ਜ਼ਰੂਰ ਲਵਾਂਗੀ। ਪਰ ਇਹ ਵੀ ਪਤਾ ਲੱਗ ਗਿਆ ਸੀ ਕਿ ਮੇਰੀ ਸੱਸ ਅਤੇ ਬਾਕੀ ਘਰ ਵਾਲੇ ਮੇਰੇ ਪਤੀ ਦੀ ਅਸਲੀਅਤ ਤੋਂ ਅਣਜਾਣ ਹਨ। ਅਸਲ ਵਿੱਚ ਉਹ ਸਭ ਆਪਣੇ ਹੀ ਮਸਲਿਆਂ ਵਿੱਚ ਉਲਝੇ ਹੋਏ ਸਨ। ਕਿਸੇ ਨੂੰ ਵੀ ਇੰਨੀ ਫੁਰਸਤ ਨਹੀਂ ਸੀ ਕਿ ਉਹ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਝਾਕ ਕੇ ਦੇਖ ਸਕਣ। ਸ਼ਾਇਦ ਇਹੀ ਵਜ੍ਹਾ ਸੀ ਕਿ ਮੇਰੇ ਪਤੀ 'ਤੇ ਕਿਸੇ ਦੀ ਨਜ਼ਰ ਨਹੀਂ ਗਈ। ਵਿਆਹ ਕਰਵਾਉਣਾ ਆਪਣਾ ਫਰਜ਼ ਸਮਝਿਆ ਅਤੇ ਵਿਆਹ ਕਰਵਾ ਦਿੱਤਾ। ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮਾਂ-ਬਾਪ ਨੂੰ ਲੱਗਦਾ ਹੈ ਕਿ ਬਸ ਔਲਾਦ ਦਾ ਵਿਆਹ ਕਰਵਾਉਣਾ ਸਾਡਾ ਫਰਜ਼ ਹੈ। ਇਸ ਤਰ੍ਹਾਂ ਹਰ ਹਾਲ ਵਿੱਚ ਵਿਆਹ ਕਰਵਾ ਦਿੰਦੇ ਹਨ। ਮੁੰਡਾ ਬਦਨਾਮੀ ਦੇ ਡਰ ਤੋਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਕਿ ਮੈਂ ਨਾਮਰਦ ਹਾਂ, ਵਿਆਹ ਦੇ ਕਾਬਿਲ ਨਹੀਂ। ਇਸੇ ਕਰਕੇ ਮੇਰੇ ਵਰਗੀਆਂ ਲਵਾਰਸ ਕੁੜੀਆਂ ਦਰ-ਦਰ ਦੀਆਂ ਠੋਕਰਾਂ ਖਾ ਕੇ ਅਜਿਹੇ ਆਦਮੀਆਂ ਦਾ ਨਸੀਬ ਬਣ ਜਾਂਦੀਆਂ ਹਨ ਅਤੇ ਸਾਰੀ ਉਮਰ ਚੁੱਪ ਰਹਿ ਕੇ ਕੱਟ ਦਿੰਦੀਆਂ ਹਨ। ਸਾਰੀ ਉਮਰ ਬੱਚਾ ਨਾ ਹੋਣ ਦੇ ਤਾਨੇ ਦਿੱਤੇ ਜਾਂਦੇ ਹਨ ਤੇ ਬਾਂਝ ਕਿਹਾ ਜਾਂਦਾ ਹੈ। ਮੈਂ ਸੋਚ-ਸੋਚ ਕੇ ਬਹੁਤ ਅੱਗੇ ਨਿਕਲ ਜਾਂਦੀ ਸੀ। ਮੈਨੂੰ ਸੀ ਕਿ ਹੁਣ ਮੇਰਾ ਪਤੀ ਬਾਥਰੂਮ ਵਿੱਚੋਂ ਬਾਹਰ ਨਿਕਲੇ। ਥੋੜ੍ਹੀ ਦੇਰ ਬਾਅਦ ਉਹ ਬਾਹਰ ਨਿਕਲਿਆ ਤਾਂ ਮੈਨੂੰ ਜਾਗਦਾ ਦੇਖ ਕੇ ਹੈਰਾਨ ਰਹਿ ਗਿਆ। ਮੈਂ ਗੁੱਸੇ ਵਿੱਚ ਆਪਣੇ ਪਤੀ ਦਾ ਕਾਲਰ ਫੜ ਲਿਆ ਅਤੇ ਪੁੱਛਿਆ ਕਿ ਆਖਰ ਉਸ ਨੇ ਇਹ ਹਕੀਕਤ ਮੈਥੋਂ ਕਿਉਂ ਲੁਕੋਈ। ਮੇਰਾ ਪਤੀ ਇੱਕਦਮ ਅਣਜਾਣ ਬਣ ਗਿਆ। ਉਹ ਇੰਜ ਦੇਖ ਰਿਹਾ ਸੀ ਜਿਵੇਂ ਮੇਰੀ ਗੱਲ ਉਸ ਨੂੰ ਸਮਝ ਹੀ ਨਹੀਂ ਆ ਰਹੀ ਸੀ। ਉਸ ਦੀ ਇਹ ਮਾਸੂਮੀਅਤ 'ਤੇ ਮੇਰਾ ਦਿਲ ਕਰ ਰਿਹਾ ਸੀ ਕਿ ਉਸ ਨੂੰ ਮਾਰ ਦੇਵਾਂ। ਉਹ ਇੰਨਾ ਭੋਲਾ ਸੀ ਜਾਂ ਮੇਰੇ ਸਾਹਮਣੇ ਭੋਲਾ ਬਣਨ ਦੀ ਐਕਟਿੰਗ ਕਰ ਰਿਹਾ ਸੀ। ਉਹ ਮੇਰੇ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ। ਉਸ ਨੂੰ ਸਮਝ ਆ ਗਿਆ ਸੀ ਕਿ ਉਸ ਦਾ ਸੱਚ ਮੈਨੂੰ ਪਤਾ ਲੱਗ ਗਿਆ। ਉਸ ਨੇ ਕਮਰੇ ਨੂੰ ਲੌਕ ਕਰ ਲਿਆ ਤੇ ਮੈਨੂੰ ਫੜ ਕੇ ਬੈੱਡ 'ਤੇ ਬਿਠਾ ਦਿੱਤਾ ਤੇ ਬੋਲਿਆ, ਇਹ ਕੀ ਤਮਾਸ਼ਾ ਲਗਾ ਰੱਖਿਆ ਹੈ। ਇੱਕ ਵਾਰ ਸ਼ਾਂਤੀ ਨਾਲ ਬੈਠ ਕੇ ਮੇਰੀ ਗੱਲ ਸੁਣ। ਮੈਂ ਹੋਰ ਜ਼ਿਆਦਾ ਗੁੱਸਾ ਹੋ ਗਈ। ਮੈਂ ਕਿਹਾ, ਤੁਹਾਨੂੰ ਕੀ ਲੱਗਦਾ ਹੈ ਸੱਚ ਕਦੋਂ ਤੱਕ ਤੁਸੀਂ ਦੂਜਿਆਂ ਤੋਂ ਲੁਕੋ ਕੇ ਰੱਖੋਗੇ? ਆਖਿਰ ਇੱਕ ਦਿਨ ਸਭ ਦੇ ਸਾਹਮਣੇ ਆ ਹੀ ਜਾਵੇਗਾ। ਤੁਸੀਂ ਵਿਆਹ ਦੇ ਲਾਇਕ ਨਹੀਂ ਸੀ। ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਤੁਹਾਨੂੰ ਕਦੇ ਮਾफ़ ਨਹੀਂ ਕਰਾਂਗੀ। ਮੈਂ ਆਪੇ ਤੋਂ ਬਾਹਰ ਹੋ ਗਈ ਸੀ। ਇੰਨਾ ਕਹਿਣ 'ਤੇ ਹੀ ਮੇਰੇ ਪਤੀ ਨੇ ਜ਼ੋਰਦਾਰ ਮੇਰੇ ਮੂੰਹ 'ਤੇ ਥੱਪੜ ਮਾਰਿਆ ਤੇ ਮੈਂ ਜ਼ਮੀਨ 'ਤੇ ਡਿੱਗ ਗਈ ਅਤੇ ਟੇਬਲ ਦਾ ਕੋਨਾ ਬੁਰੀ ਤਰ੍ਹਾਂ ਨਾਲ ਮੈਨੂੰ ਜ਼ਖਮੀ ਕਰ ਦੇ ਗਿਆ। ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਮੇਰੇ ਉੱਪਰ ਥੱਪੜ ਵੀ ਚੁੱਕੇਗਾ। ਦੂਜੇ ਹੀ ਪਲ ਮੈਂ ਆਪਣੇ ਥੱਪੜ ਦਾ ਦਰਦ ਭੁਲਾ ਕੇ ਆਪਣੇ ਪਤੀ ਨੂੰ ਬੋਲੀ, ਮੇਰੇ ਥੱਪੜ ਮਾਰਨ ਨਾਲ ਸੱਚਾਈ ਨਹੀਂ ਲੁਕ ਸਕਦੀ। ਮੈਂ ਉੱਚੀ-ਉੱਚੀ ਬੋਲਣ ਲੱਗੀ। ਉਸ ਨੇ ਕਿਹਾ, ਥੋੜ੍ਹੀ ਹੌਲੀ ਬੋਲ, ਆਪਣਾ ਤੇ ਮੇਰਾ ਤਮਾਸ਼ਾ ਨਾ ਬਣਾ। ਉਹ ਗੁੱਸੇ ਵਿੱਚ ਬੋਲਿਆ, ਤੂੰ ਜੋ ਸੋਚ ਰਹੀ ਹੈ ਅਜਿਹਾ ਕੁਝ ਨਹੀਂ ਹੈ। ਤੈਨੂੰ ਕੋਈ ਗਲਤਫਹਿਮੀ ਹੋਈ ਹੈ। ਮੈਂ ਨਾਮਰਦ ਨਹੀਂ ਹਾਂ। ਆਪਣੇ ਆਪ ਤੋਂ ਕੁਝ ਵੀ ਸੋਚਣਾ ਬੰਦ ਕਰ ਦੇ। ਮੈਂ ਇੱਕ ਅਜੀਬ ਬਿਮਾਰੀ ਦਾ ਸ਼ਿਕਾਰ ਹਾਂ ਜਿਸ ਕਰਕੇ ਇੱਕ ਵੈਦ ਨੇ ਮੈਨੂੰ ਇਹ ਇਲਾਜ ਦੱਸਿਆ ਹੈ ਕਿ ਫਟਕੜੀ ਦਾ ਇਸਤੇਮਾਲ ਕਰਕੇ ਮੈਂ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵਾਂਗਾ। ਸ਼ੁਰੂ ਵਿੱਚ ਮੈਂ ਬਿਲਕੁਲ ਠੀਕ ਸੀ, ਪਰ ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਵਿੱਚੋਂ ਬਹੁਤ ਬੁਰੀ ਬਦਬੂ ਆਉਂਦੀ ਹੈ ਜਿਸ ਕਰਕੇ ਕੋਈ ਮੇਰੇ ਨੇੜੇ ਨਹੀਂ ਆਉਂਦਾ। ਮੈਂ ਉਸ ਬਦਬੂ ਦਾ ਹਰ ਤਰੀਕੇ ਨਾਲ ਇਲਾਜ ਕੀਤਾ। ਮਹਿੰਗੇ ਤੋਂ ਮਹਿੰਗੇ ਪਰਫਿਊਮ ਇਸਤੇਮਾਲ ਕੀਤੇ, ਨੈੱਟ ਤੋਂ ਦੇਖ ਕੇ ਹੋਇਆ ਹਰ ਟੋਟਕਾ ਵਰਤਿਆ, ਪਰ ਸਿਰਫ ਕੁਝ ਸਮੇਂ ਲਈ ਹੀ ਫਾਇਦਾ ਹੁੰਦਾ ਹੈ। ਹੁਣ ਮੇਰੇ ਸਾਰੇ ਸਰੀਰ ਵਿੱਚ ਖਾਰਸ਼ ਰਹਿਣ ਲੱਗੀ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸ਼ਿਕਾਰ ਹਾਂ। ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਤਾਂ ਉਹਨਾਂ ਨੇ ਕਿਹਾ ਮੇਰੇ ਖੂਨ ਵਿੱਚ ਐਲਰਜੀ ਹੈ। ਜਦੋਂ ਮੈਂ ਬਿਮਾਰ ਹੋਇਆ ਸੀ ਮੈਨੂੰ ਖੂਨ ਦੀ ਕਮੀ ਹੋ ਗਈ ਸੀ। ਉਦੋਂ ਡਾਕਟਰ ਦੇ ਕਹਿਣ 'ਤੇ ਮੈਨੂੰ ਇੱਕ ਆਦਮੀ ਨੇ ਖੂਨ ਦਿੱਤਾ ਸੀ।
ਉਦੋਂ ਹੀ ਮੈਂ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਹਾਂ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਖੂਨ ਮੈਨੂੰ ਮਾਫ ਨਹੀਂ ਆਇਆ, ਜਿਸ ਕਰਕੇ ਮੇਰਾ ਇਹ ਹਾਲ ਹੋ ਗਿਆ। ਇਸ ਬਦਬੂ ਕਰਕੇ ਮੈਂ ਤੇਰੇ ਕਰੀਬ ਨਹੀਂ ਆ ਸਕਦਾ। ਫਟਕੜੀ ਇਸਤੇਮਾਲ ਕਰਕੇ ਮੇਰੀ ਬਦਬੂ ਕੁਝ ਘੰਟਿਆਂ ਲਈ ਦੂਰ ਹੋ ਜਾਂਦੀ ਹੈ। ਮਸਲਾ ਸਿਰਫ ਬਦਬੂ ਦਾ ਨਹੀਂ ਹੈ, ਮੇਰਾ ਅਸਲ ਮਸਲਾ ਖਾਰਸ਼ ਦਾ ਹੈ, ਜੋ ਕਹਿਣ ਨੂੰ ਤਾਂ ਮਾਮੂਲੀ ਖਾਰਸ਼ ਲੱਗਦੀ ਹੈ, ਪਰ ਬਹੁਤ ਬੁਰੀ ਬਿਮਾਰੀ ਹੈ। ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦੀ, ਮੈਂ ਤੇਰੇ ਕਰੀਬ ਨਹੀਂ ਆ ਸਕਦਾ। ਡਾਕਟਰ ਮਹਿੰਗੀਆਂ ਮਹਿੰਗੀਆਂ ਦਵਾਈਆਂ ਦੇ ਕੇ ਦੁਬਾਰਾ ਬੁਲਾਉਂਦੇ ਹਨ ਤਾਂ ਜੋ ਉਹਨਾਂ ਦਾ ਧੰਦਾ ਚੱਲਦਾ ਰਹੇ, ਪਰ ਮੇਰੀ ਪਰੇਸ਼ਾਨੀ ਵੱਧਦੀ ਹੀ ਜਾ ਰਹੀ ਸੀ। ਮੇਰੇ ਦੋਸਤ ਨੇ ਮੈਨੂੰ ਇੱਕ ਵੈਦ ਨਾਲ ਮਿਲਵਾਇਆ। ਉਸ ਨੇ ਭਰੋਸਾ ਦਿਵਾਇਆ ਕਿ ਮੈਂ ਜਲਦੀ ਹੀ ਠੀਕ ਹੋ ਜਾਵਾਂਗਾ। ਰਹੀ ਗੱਲ ਵਿਆਹ ਦੀ, ਤਾਂ ਮੇਰੀ ਮਾਂ ਨੂੰ ਜਲਦੀ ਸੀ ਮੇਰੇ ਵਿਆਹ ਕਰਨ ਦੀ। ਮੇਰਾ ਲੱਖ ਮਨਾ ਕਰਨ 'ਤੇ ਵੀ ਉਹਨਾਂ ਨੇ ਇੱਕ ਨਾ ਸੁਣੀ। ਵਿਆਹ ਦੀ ਤਰੀਕ ਰੱਖ ਦਿੱਤੀ ਤੇ ਸਾਡਾ ਵਿਆਹ ਹੋ ਗਿਆ। ਮੈਂ ਵੈਦ ਨੂੰ ਦੱਸਿਆ ਤਾਂ ਉਸਨੇ ਕਿਹਾ ਕਿ 1.5 ਮਹੀਨੇ ਤੱਕ ਵਿਆਹ ਦੀ ਤਰੀਕ ਨਹੀਂ ਰੱਖਣੀ ਸੀ, ਜਦੋਂ ਤੱਕ ਇਲਾਜ ਪੂਰਾ ਨਹੀਂ ਹੋ ਜਾਂਦਾ। ਹੁਣ ਮੈਂ ਉਸ ਇਲਾਜ ਨਾਲ ਕਾਫੀ ਜ਼ਿਆਦਾ ਠੀਕ ਮਹਿਸੂਸ ਕਰ ਰਿਹਾ ਹਾਂ। ਮੈਂ ਸੋਚਿਆ ਸੀ ਕਿ ਮੈਂ ਤੈਨੂੰ ਸਾਰੀ ਗੱਲ ਦੱਸ ਦੇਵਾਂ, ਪਰ ਮੇਰੇ ਵਿੱਚ ਇੰਨੀ ਹਿੰਮਤ ਹੀ ਨਹੀਂ ਪਈ। ਸ਼ਾਇਦ ਇਹ ਮੇਰੀ ਗਲਤੀ ਸੀ, ਇਸੇ ਕਰਕੇ ਤੈਨੂੰ ਇੰਨਾ ਕੁਝ ਸੋਚਣ 'ਤੇ ਮਜਬੂਰ ਹੋਣਾ ਪਿਆ। ਮੇਰੀ ਤਕਲੀਫ ਭਾਵੇਂ ਕਿਸੇ ਨੂੰ ਨਜ਼ਰ ਨਹੀਂ ਆਉਂਦੀ, ਪਰ ਅੰਦਰੋਂ ਅੰਦਰ ਮੈਂ ਇਸ ਤਕਲੀਫ ਵਿੱਚ ਘੁਲ ਰਿਹਾ ਹਾਂ। ਮੈਂ ਤੇਰੇ ਤੋਂ ਮਾਫੀ ਮੰਗਦਾ ਹਾਂ ਕਿ ਮੈਂ ਤੇਰੇ 'ਤੇ ਹੱਥ ਚੁੱਕਿਆ। ਮੇਰਾ ਪਤੀ ਬਹੁਤ ਸ਼ਰਮਿੰਦਾ ਲੱਗ ਰਿਹਾ ਸੀ। ਮੈਨੂੰ ਉਸ ਦੀਆਂ ਗੱਲਾਂ 'ਤੇ ਯਕੀਨ ਆ ਗਿਆ, ਕਿਉਂਕਿ ਉਸ ਦੀਆਂ ਅੱਖਾਂ ਅਤੇ ਚਿਹਰੇ 'ਤੇ ਸੱਚਾਈ ਝਲਕ ਰਹੀ ਸੀ। ਮੈਂ ਆਪਣੇ ਪਤੀ ਨੂੰ ਕਿਹਾ, ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਤਾਂ ਇਹ ਪਰੇਸ਼ਾਨੀ ਵਿੱਚ ਨਾ ਰਹਿੰਦੀ। ਉਹ ਦਿਨ ਅਤੇ ਅੱਜ ਦਾ ਦਿਨ, ਪਰਮਾਤਮਾ ਦਾ ਸ਼ੁਕਰ ਹੈ, ਮੇਰਾ ਪਤੀ ਬਿਲਕੁਲ ਠੀਕ ਹੋ ਗਿਆ ਅਤੇ ਅਸੀਂ ਇੱਕ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਕਦੇ-ਕਦੇ ਸਾਨੂੰ ਆਪਣੇ ਜਜ਼ਬਾਤ ਇੱਕ ਪਾਸੇ ਰੱਖ ਕੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਦੇਖ ਰਹੇ ਹਾਂ ਤੇ ਸੋਚ ਰਹੇ ਹਾਂ ਉਹੀ ਸੱਚ ਹੋਵੇ। ਬਹੁਤ ਵਾਰੀ ਅਜਿਹੀਆਂ ਛੋਟੀਆਂ-ਛੋਟੀਆਂ ਗਲਤਫਹਿਮੀਆਂ ਘਰ ਬਰਬਾਦ ਕਰ ਦਿੰਦੀਆਂ ਹਨ। ਸੋ ਦੋਸਤੋ, ਇਹ ਸੀ ਸਾਡੀ ਨਿੱਕੀ ਜਿਹੀ ਕਹਾਣੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।